Good morning students. Today we will do chapter 10 of ਪੰਜਾਬੀ ਬਿਜਲੀ ਦੀ ਸਹੀ ਵਰਤੋਂ। ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਸਾਨੂੰ ਬਿਜਲੀ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਇਸ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ। ਮਨਦੀਪ ਆਪਣੀ ਮੰਮੀ ਜੀ ਦੀ ਉੱਚੀ ਆਵਾਜ਼ ਸੁਣ ਕੇ ਕਮਰੇ ਤੋਂ ਬਾਹਰ ਆਇਆ। ਮਨਦੀਪ ਕੌਣ ਹੈ? ਇਸ ਲੜਕੇ ਦਾ ਨਾਮ ਕੀ ਹੈ? ਮਨਦੀਪ ਆਪਣੀ ਮੰਮੀ ਜੀ ਦੀ ਮੀਨਸ ਆਪਣੀ ਮਦਰ ਦੀ ਉੱਚੀ ਆਵਾਜ਼ ਸੁਣ ਕੇ ਕਮਰੇ ਤੋਂ ਬਾਹਰ ਆਉਂਦਾ ਹੈ। ਮਨਦੀਪ, ਤੂੰ ਆਪਣੇ ਕਮਰੇ ਦੀ ਬੱਤੀ ਤੇ ਪੱਖਾ ਚੱਲਦਾ ਛੱਡ ਕੇ ਬੈਠਕ ਵਿੱਚ ਕਿਉਂ ਬੈਠਾ ਹੈ? ਉਸਦੇ ਮਦਰ ਉਸਨੂੰ ਪੁੱਛਦੇ ਹਨ ਕਿ ਮਨਦੀਪ, ਤੂੰ ਆਪਣੇ ਕਮਰੇ ਦੀ ਬੱਤੀ ਮੀਨਸ ਲਾਈਟ ਤੇ ਪੱਖਾ ਚੱਲਦਾ ਛੱਡ ਕੇ ਬੈਠਕ ਵਿੱਚ ਕਿਉਂ ਬੈਠਾ ਹੈ? ਉਹ ਆਪਣੇ ਕਮਰੇ ਦਾ ਪੱਖਾ ਔਰ ਲਾਈਟ ਬੰਦ ਕਰਨਾ ਭੁੱਲ ਜਾਂਦਾ ਹੈ ਤੇ ਬੈਠਕ ਵਿੱਚ ਆ ਜਾਂਦਾ ਹੈ। ਤਾਂ ਉਸਦੇ ਮੰਮੀ ਉਸਨੂੰ ਪੁੱਛਦੇ ਕਿ ਤੂੰ ਆਪਣੇ ਕਮਰੇ ਦੀ ਲਾਈਟ ਔਰ ਪੱਖਾ ਛੱਡ ਕੇ ਬੈਠਕ ਵਿੱਚ ਕਿਉਂ ਬੈਠਾ ਹੈ? ਝਿੜਕਾਂ ਸੁਣ ਕੇ ਮਨਦੀਪ ਆਪਣੇ ਕਮਰੇ ਦਾ ਪੱਖਾ ਤੇ ਬੱਤੀ बंद करने लिए अंदर ਨੂੰ दौड़िया। झिड़का मीन्स डांट। तो जब हम कोई गलत काम करते हैं, हमारे मदर या फादर हमें डांटते हैं, तो पंजाबी में उसको क्या कहते हैं? झिड़का। झिड़का सुन के मनदीप अपने कमरे दी लाइट ते पक्खा बंद करने लिए अंदर ਨੂੰ दौड़दा है। वापस आके मनदीप ने किया, मम्मी जी मेरे को गलती हो गई है। देखो ਉਹ ਆਪਣੀ ਗਲਤੀ ਮੰਨਦਾ ਵੀ ਹੈ ਕਿ ਉਸ ਤੋਂ ਗਲਤੀ ਹੋ ਗਈ ਕਿ ਉਹ ਆਪਣੇ ਕਮਰੇ ਦੀ ਲਾਈਟ ਔਰ ਪੱਖਾ ਬੰਦ ਕਰਨਾ ਭੁੱਲ ਜਾਂਦਾ ਹੈ। ਮੈਨੂੰ ਮਾਫ ਕਰ ਦਿਓ। ਉਹ ਆਪਣੀ ਮਦਰ ਨੂੰ ਕਹਿੰਦਾ ਹੈ ਕਿ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫ ਕਰ ਦਿਓ। ਪੁੱਤਰ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਜਲੀ ਬਹੁਤ ਕੀਮਤੀ ਹੈ। ਉਸਦੇ ਮਦਰ ਉਸਨੂੰ ਸਮਝਾਉਂਦੇ ਹਨ ਕਿ ਪੁੱਤਰ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਜਲੀ ਕਿੰਨੀ ਕੀਮਤੀ ਹੈ। ਸਾਨੂੰ ਵਾਧੂ ਬਿਜਲੀ ਬਾਲਣ ਨਾਲ ਕਿੰਨੇ ਨੁਕਸਾਨ ਹੁੰਦੇ ਹਨ। ਉਸਦੇ ਮਦਰ ਉਸਨੂੰ ਸਮਝਾਉਂਦੇ ਕਿ ਅਸੀਂ ਜਿੰਨੀ ਜ਼ਿਆਦਾ ਬਿਜਲੀ ਬਾਲਾਂਗੇ ਤੇ ਉਸਦੇ ਸਾਨੂੰ ਕੀ ਨੁਕਸਾਨ ਹੋ ਸਕਦੇ ਹਨ। ਕੀ ਤੈਨੂੰ ਪਤਾ ਹੈ? ਮੰਮੀ ਨੇ ਆਖਿਆ। ਉਸਦੀ ਮਦਰ ਉਸਨੂੰ ਕਹਿੰਦੇ ਹਨ ਕਿ ਤੈਨੂੰ ਪਤਾ ਹੈ ਇਸ ਦੇ ਕੀ ਨੁਕਸਾਨ ਹੁੰਦੇ ਹਨ? ਜਿੰਨੀ ਜ਼ਿਆਦਾ ਬਿਜਲੀ ਬਾਲਾਂਗੇ ਆਪਾਂ ਨੂੰ ਕੀ ਨੁਕਸਾਨ ਹੋਣਗੇ? ਮੰਮੀ ਜੀ, ਕੱਲ੍ਹ ਸਾਨੂੰ ਸਕੂਲ ਵਿੱਚ ਵੀ ਬਿਜਲੀ ਦੀ ਬਚਤ ਕਰਨ ਬਾਰੇ ਦੱਸਿਆ ਗਿਆ ਕਿ ਜ਼ਿਆਦਾ ਬਿਜਲੀ ਬਾਲਣ ਦਾ ਸਭ ਤੋਂ ਵੱਡਾ ਨੁਕਸਾਨ ਸਰਕਾਰ ਨੂੰ ਹੁੰਦਾ ਹੈ। ਤਾਂ ਮਨਦੀਪ ਉਸਦੀ ਮਦਰ ਨੂੰ ਕੀ ਕਹਿੰਦਾ ਹੈ? ਆਪਣੀ ਮਦਰ ਨੂੰ ਕੀ ਕਹਿੰਦਾ ਕਿ ਮੰਮੀ ਜੀ, ਕੱਲ੍ਹ ਸਾਨੂੰ ਸਕੂਲ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਸੀ ਕਿ ਜ਼ਿਆਦਾ ਬਿਜਲੀ ਬਾਲਣ ਦਾ ਸਭ ਤੋਂ ਵੱਡਾ ਨੁਕਸਾਨ ਕਿਸ ਨੂੰ ਹੁੰਦਾ? ਸਰਕਾਰ ਨੂੰ। ਦੇਖੋ, ਜਿੰਨੀ ਜ਼ਿਆਦਾ ਬਿਜਲੀ ਬਾਲਾਂਗੇ, ਸਰਕਾਰ ਸਾਨੂੰ ਇੰਨੀ ਬਿਜਲੀ ਕਿੱਥੋਂ ਦੇਗੀ? ਦੇਖੋ, ਉਹਨਾਂ ਕੋਲ ਵੀ ਇੰਨੀ ਬਿਜਲੀ ਨਹੀਂ ਹੁੰਦੀ ਨਾ। ਦੇਖੋ, ਜਿੰਨੀ ਸਰਕਾਰ ਬਿਜਲੀ ਪੈਦਾ ਕਰਦੀ ਹੈ ਉਸ ਤੋਂ ਜ਼ਿਆਦਾ ਖਪਤ ਸਾਡੀ ਹੈ। ਦੇਖੋ, ਅਸੀਂ ਸਾਰੇ ਫੈਮਿਲੀ ਮੈਂਬਰਸ ਹੈ, ਦੇਖੋ ਆਪਣੇ ਘਰਾਂ ਵਿੱਚ ਸਭ ਅਲੱਗ-ਅਲੱਗ ਰੂਮ ਵਿੱਚ ਆਪਦੇ ਕਮਰਿਆਂ ਵਿੱਚ ਬੈਠਦੇ ਹਨ। ਹਰ ਰੂਮ ਵਿੱਚ ਲਾਈਟ ਪੱਖਾ ਸਭ ਚਲਾਉਂਦੇ ਹਨ, ਏਸੀ ਚਲਾਉਂਦੇ ਹਨ, ਕੂਲਰ ਚਲਾਉਂਦੇ ਹਨ, ਟੀਵੀ ਚਲਾਉਂਦੇ ਹਨ। ਤਾਂ ਉਸ ਨਾਲ ਕਿੰਨੀ ਬਿਜਲੀ ਦੀ ਖਪਤ ਹੁੰਦੀ ਹੈ। ਮੀਨਸ ਸਰਕਾਰ ਇੰਨੀ ਬਿਜਲੀ ਕਿੱਥੋਂ ਲੈ ਕੇ ਆਏਗੀ? ਜਿੰਨੀ ਸਰਕਾਰ ਪੈਦਾ ਕਰਦੀ ਉਸ ਤੋਂ ਜ਼ਿਆਦਾ ਖਪਤ ਅਸੀਂ ਉਸਦੀ ਕਰਦੇ ਹਾਂ। ਸਾਡੀ ਖਪਤ ਉਸ ਤੋਂ ਕਈ ਗੁਣਾ ਜ਼ਿਆਦਾ ਹੈ। ਮੰਮੀ ਜੀ, ਕੀ ਬਿਜਲੀ ਦੇ ਕੱਟ ਬਿਜਲੀ ਦੀ ਘਾਟ ਕਰਨ ਲੱਗਦੇ ਹਨ? ਮਨਦੀਪ ਉਸ ਤੋਂ ਬਾਅਦ ਆਪਣੀ ਮਦਰ ਨੂੰ ਪੁੱਛਦੇ ਕਿ ਕੀ ਬਿਜਲੀ ਦੇ ਕੱਟ ਬਿਜਲੀ ਦੀ ਘਾਟ ਕਰਨ ਲੱਗਦੇ ਹਨ? ਦੇਖੋ, ਸਾਡੇ ਘਰਾਂ ਵਿੱਚ ਵੀ ਬਿਜਲੀ ਦੇ ਕੱਟ ਲੱਗਦੇ ਹਨ। ਦੇਖੋ, ਕਈ ਵਾਰ ਟਾਈਮ ਟੂ ਟਾਈਮ ਲੱਗਦੇ ਆ ਕਿ ਅੱਜ ਇਸ ਏਰੀਏ ਵਿੱਚ ਇੰਨੇ ਤੋਂ ਇੰਨੇ ਵਜੇ ਤੱਕ ਬਿਜਲੀ ਦਾ ਕੱਟ ਰਹੇਗਾ, ਫਿਰ ਦੂਸਰੇ ਦਿਨ ਦੂਸਰੇ ਏਰੀਏ ਵਿੱਚ ਇੰਨੇ ਤੋਂ ਇੰਨੇ ਵਜੇ ਤੱਕ ਬਿਜਲੀ ਦਾ ਕੱਟ ਰਹੇਗਾ। ਦੇਖੋ, ਬਿਜਲੀ ਨਹੀਂ ਹੋਏਗੀ ਤਾਂ ਉਹ ਇਸੇ ਤਰ੍ਹਾਂ ਹੀ ਬਿਜਲੀ ਦੀ ਪੂਰਤੀ ਕਰਦੇ ਹਨ। ਬੇਟਾ, ਤੇਰੀ ਗੱਲ ਬਿਲਕੁਲ ਠੀਕ ਹੈ। ਜੇ ਸਰਕਾਰ ਕੋਲ ਬਿਜਲੀ ਦੀ ਘਾਟ ਹੋਵੇਗੀ ਤਾਂ ਸਾਨੂੰ ਕਿਸ ਤਰ੍ਹਾਂ ਪੂਰੀ ਬਿਜਲੀ ਮਿਲ ਸਕਦੀ ਹੈ? ਅਗਰ ਸਰਕਾਰ ਕੋਲ ਹੀ ਬਿਜਲੀ ਨਹੀਂ ਹੋਏਗੀ ਤਾਂ ਉਹ ਸਾਨੂੰ ਕਿਸ ਤਰ੍ਹਾਂ ਬਿਜਲੀ ਦੇਣਗੇ? ਬਿਜਲੀ ਦੀ ਘਾਟ ਕਾਰਨ ਹੀ ਬਿਜਲੀ ਦੇ ਕੱਟ ਲੱਗਦੇ ਹਨ। ਮੰਮੀ ਨੇ ਮਨਦੀਪ ਨੂੰ ਸਮਝਾਇਆ। ਉਸਦੀ ਮਦਰ ਨੇ ਮਨਦੀਪ ਨੂੰ ਇਹ ਸਭ ਸਮਝਾਇਆ। ਮੰਮੀ ਜੀ, ਕਿ ਬਿਜਲੀ ਦੀ ਚੋਰੀ ਵੀ ਹੁੰਦੀ ਹੈ? ਉਸ ਤੋਂ ਬਾਅਦ ਮਨਦੀਪ ਆਪਣੀ ਮਦਰ ਨੂੰ ਪੁੱਛਦਾ ਕਿ ਬਿਜਲੀ ਦੀ ਚੋਰੀ ਵੀ ਹੁੰਦੀ ਹੈ? ਉਸਦੇ ਮਦਰ ਉਸਨੂੰ ਕੀ ਕਹਿੰਦੇ ਨੇ? ਬੇਟਾ, ਤੇਰੀ ਗੱਲ ਬਿਲਕੁਲ ਸਹੀ ਹੈ। ਵਿਆਹ ਸ਼ਾਦੀਆਂ ਜਾਂ ਹੋਰ ਸਮਾਗਮਾਂ ਤੇ ਅਸੀਂ ਬਿਜਲੀ ਦੀ ਦੁਰਵਰਤੋਂ ਕਰਦੇ। ਦੁਰਵਰਤੋਂ ਮੀਨਸ ਉਸਦਾ ਗਲਤ ਵਰਤੋਂ ਕਰਦੇ ਆ, ਪ੍ਰਯੋਗ ਕਰਦੇ ਹਾਂ। ਕਿ ਵਿਆਹ ਸ਼ਾਦੀਆਂ ਜਾਂ ਹੋਰ ਕੋਈ ਵੀ ਫੰਕਸ਼ਨ ਹੁੰਦਾ, ਮਤਲਬ ਅੱਜ ਕੱਲ੍ਹ ਫੰਕਸ਼ਨਾਂ ਤੇ ਕਿੰਨੀ ਲਾਈਟਿੰਗ ਵਗੈਰਾ, ਕਿੰਨੀ ਡੈਕੋਰੇਸ਼ਨ ਹੁੰਦੀ ਹੈ, ਤਾਂ ਉਸ ਤੇ ਬਿਜਲੀ ਦੀ ਕਿੰਨੀ ਖਪਤ ਹੁੰਦੀ ਹੈ। ਠੀਕ ਹੈ, ਲੋਕ ਸਿੱਧੀਆਂ ਕੁੰਡੀਆਂ ਪਾ ਕੇ ਇਸ ਦੀ ਚੋਰੀ ਕਰਦੇ। ਲੋਕ ਕੀ ਕਰਦੇ ਹਨ ਕਿ ਕੁੰਡੀਆਂ ਪਾ ਲੈਂਦੇ ਹਨ ਤੇ ਇਸ ਦੀ ਬਿਜਲੀ ਦੀ ਚੋਰੀ ਕਰਦੇ ਹਨ ਤੇ ਆਪਦੇ ਘਰਾਂ ਵਿੱਚ ਫੰਕਸ਼ਨ ਨੂੰ ਚਲਾਉਂਦੇ ਹਨ। ਲਾਈਟਿੰਗ ਵਗੈਰਾ ਜਾਂ ਡੈਕੋਰੇਸ਼ਨ ਵਗੈਰਾ ਕਰਦੇ ਹਨ ਬਿਜਲੀ ਦੀ ਕੁੰਡੀਆਂ ਪਾ ਕੇ। ਮੰਮੀ, ਫਿਰ ਅਸੀਂ ਕਿਸ ਤਰ੍ਹਾਂ ਬਿਜਲੀ ਦੀ ਬਚਤ ਕਰ ਸਕਦੇ ਹਾਂ? ਫਿਰ ਮਨਦੀਪ ਆਪਣੀ ਮਦਰ ਨੂੰ ਪੁੱਛਦਾ ਹੈ ਕਿ ਅਸੀਂ ਬਿਜਲੀ ਦੀ ਬਚਤ ਕਿਸ ਤਰ੍ਹਾਂ ਕਰ ਸਕਦੇ ਹਾਂ? ਸਾਨੂੰ ਵਿਆਹਾਂ ਜਾਂ ਹੋਰ ਸਮਾਗਮਾਂ ਵਿੱਚ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਤਾਂ ਉਸਦੇ ਮਦਰ ਉਸਨੂੰ ਕੀ ਕਹਿੰਦੇ ਹਨ ਕਿ ਸਾਨੂੰ ਵਿਆਹ ਸ਼ਾਦੀਆਂ ਜਾਂ ਹੋਰ ਫੰਕਸ਼ਨਾਂ ਤੇ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਜਿਸ ਕਮਰੇ ਵਿੱਚ ਤੁਸੀਂ ਬੈਠੋ ਉਸੇ ਕਮਰੇ ਦੀ ਹੀ ਬੱਤੀ ਅਤੇ ਪੱਖੇ ਦੀ ਵਰਤੋਂ ਕਰਨੀ ਚਾਹੀਦੀ ਹੈ।
ਦੇਖੋ ਕਈ ਵਾਰ ਹੁੰਦਾ ਹੈ ਕਿ ਅਸੀਂ ਇਸ ਇੱਕ ਕਮਰੇ 'ਚ ਬੈਠੇ ਹਾਂ ਤੇ ਸਾਨੂੰ ਕੋਈ ਕੰਮ ਪੈਂਦਾ ਹੈ ਤੇ ਅਸੀਂ ਉਵੇਂ ਹੀ ਉਸ ਦੀ ਲਾਈਟ ਤੇ ਪੱਖਾ ਚੱਲਦਾ ਛੱਡ ਕੇ ਬਾਹਰ ਨੂੰ ਚਲੇ ਜਾਂਦੇ ਹਾਂ। ਇਸ ਕਰਕੇ ਸਾਨੂੰ ਅਸੀਂ ਜਿਸ ਕਮਰੇ 'ਚ ਬੈਠੇ ਹਾਂ ਉੱਥੇ ਦੀ ਹੀ ਲਾਈਟ ਤੇ ਪੱਖਾ ਚਲਾਉਣਾ ਚਾਹੀਦਾ ਹੈ, ਉਸ ਦਾ ਸਹੀ ਵਰਤੋਂ ਕਰਨੀ ਚਾਹੀਦੀ ਹੈ। ਬਾਕੀ ਸਾਰੇ ਬੰਦ ਕਰਨੇ ਚਾਹੀਦੇ ਨੇ, ਬਾਕੀ ਸਾਰੇ ਕਮਰਿਆਂ ਦੇ ਪੱਖੇ ਤੇ ਲਾਈਟ ਬੰਦ ਕਰਨੇ ਚਾਹੀਦੇ ਹਨ। ਅੱਜ ਕੱਲ CFL ਬਲਬ ਬਿਜਲੀ ਦੀ ਬਚਤ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। CFL ਆਉਂਦੀ ਹੈ ਨਾ, ਉਸ ਦੇ ਬਲਬ ਆਉਂਦੇ ਤਾਂ ਉਸ ਨਾਲ ਬਿਜਲੀ ਦੀ ਘੱਟ ਖਪਤ ਹੁੰਦੀ ਹੈ, ਤਾਂ ਉਸ ਨਾਲ ਸਾਡੀ ਬਿਜਲੀ ਦੀ ਬਚਤ ਵੀ ਹੁੰਦੀ ਹੈ। ਗਰਮੀਆਂ ਵਿੱਚ AC ਅਤੇ ਸਰਦੀਆਂ ਵਿੱਚ ਹੀਟਰਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਗਰਮੀਆਂ ਵਿੱਚ ਸਾਨੂੰ AC ਮਤਲਬ ਘੱਟ ਤੋਂ ਘੱਟ ਚਲਾਉਣੇ ਚਾਹੀਦੇ। ਦੇਖੋ ਗਰਮੀ ਲੱਗਦੀ ਹੈ ਤਾਂ ਮਤਲਬ ਉਸਨੂੰ ਥੋੜੇ ਟਾਈਮ ਲਈ ਚਲਾਉਣਾ ਚਾਹੀਦਾ, ਇਹ ਨਹੀਂ ਹੈ ਕਿ ਸਾਰਾ ਦਿਨ ਸਾਰੀ ਰਾਤ AC ਚੱਲਦੇ ਰਹਿਣ। ਸਰਦੀਆਂ ਵਿੱਚ ਹੀਟਰਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ। ਮੰਮੀ ਨੇ ਇਹ ਸਾਰਾ ਮਨਦੀਪ ਨੂੰ ਸਮਝਾਇਆ। ਮਨਦੀਪ ਨੂੰ ਹੁਣ ਬਿਜਲੀ ਦੀ ਮਹੱਤਤਾ ਬਾਰੇ ਪਤਾ ਲੱਗ ਗਿਆ ਸੀ। ਮਨਦੀਪ ਹੁਣ ਸਮਝ ਗਿਆ ਸੀ ਕਿ ਬਿਜਲੀ ਦੀ ਕੀ ਮਹੱਤਤਾ ਹੈ, ਉਸ ਨੂੰ ਜ਼ਿਆਦਾ ਬਾਲਣ ਨਾਲ ਉਸਦੇ ਕੀ ਨੁਕਸਾਨ ਹੁੰਦੇ ਹਨ। ਓਕੇ ਸਟੂਡੈਂਟ, ਰੀਡ ਦ ਚੈਪਟਰ ਅਗੇਨ। Okay.